ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪਾਵਨ ਰਚਨਾ, ਜਿਸ ਦਾ ਨਾਮ ਓਂਕਾਰ ਹੈ। ਦੱਖਣੀ ਓਂਕਾਰ ਵੀ ਕਹਿੰਦੇ ਨੇ, ਪਰ ਦੱਖਣੀ ਰਾਗ ਹੈ। ਬਾਣੀ ਦਾ ਨਾਮ ਓਂਕਾਰ ਹੈ। ਇਸ ਤੋਂ ਬਾਅਦ ਸਿੱਧ ਗੋਸ਼ਟ ਬਾਣੀ ਹੈ, ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਹੈ। ਤੇ ਇਹਨਾਂ ਦੋਨਾਂ ਬਾਣੀਆਂ ਦੀ ਵਿਚਾਰ ਲੜੀਵਾਰ ਰੂਪ ਵਿੱਚ ਆਰੰਭ ਹੋਈ ਹੈ। ਕੱਲ ਆਪ ਜੀ ਨਾਲ ਜੋ ਸਾਂਝ ਕੀਤੀ ਸੀ ਸ਼ੁਰੂਆਤ ਵਿੱਚ ਵੀ, ਓਂਕਾਰੇਸ਼ਵਰ ਜੋ ਉੱਥੋਂ ਦੇ ਮੁਖੀ ਬ੍ਰਾਹਮਣ ਸਨ, ਉਹਨਾਂ ਦੇ ਨਾਲ ਚਰਚਾ ਕਰਦੇ ਹੋਏ ਗੁਰੂ ਸਾਹਿਬ ਨੇ ਉਸ ਨਿਰਾਕਾਰ ਪਾਰ ਬ੍ਰਹਮ ਦੀ ਗੱਲ ਕੀਤੀ। ਤੇ ਨਿਰਾਕਾਰ ਪਾਰ ਬ੍ਰਹਮ ਦੇ ਬਾਰੇ ਜਦੋਂ ਗੱਲ ਸ਼ੁਰੂ ਹੁੰਦੀ ਹੈ ਤੇ ਫਿਰ ਸ੍ਰਿਸ਼ਟੀ ਰਚਨਾ ਕਿਵੇਂ ਹੋਈ, ਕਿਵੇਂ ਪ੍ਰਮਾਤਮਾ ਨੂੰ ਲੋਕਾਂ ਨੇ ਜਾਣਿਆ। ਔਰ ਵਾਕਈ ਅਗਰ ਅਸੀਂ ਵੀ ਸੋਚੀਏ ਵੀ ਅਸੀਂ ਆਪਣੇ ਮਾਂ-ਪਿਓ ਤੋਂ ਸਮਝ ਲਿਆ ਵੀ ਸਾਡਾ ਧਰਮ ਇਸ ਤਰ੍ਹਾਂ ਦਾ, ਅਸੀਂ ਆਹ ਕਰਨਾ। ਉਹਨਾਂ ਨੇ ਆਪਣੇ ਮਾਤਾ ਪਿਤਾ ਤੋਂ ਸਮਝਿਆ, ਲੇਕਿਨ ਜੇ ਹਕੀਕਤ ਚਾਹੀਏ ਵੀ ਧਰਮ ਸ਼ੁਰੂ ਕਦੋਂ ਹੋਇਆ, ਧਾਰਮਿਕਤਾ ਕਦੋਂ ਸ਼ੁਰੂ ਹੋਈ, ਕਿਵੇਂ ਲੋਕਾਂ ਨੇ ਧਰਮ ਨੂੰ ਜਾਂ ਪ੍ਰਮਾਤਮਾ ਨੂੰ ਜਾਣਨਾ ਸ਼ੁਰੂ ਕੀਤਾ, ਇਹ ਰੱਬ ਦੀ ਚਰਚਾ ਦੀ ਜ਼ਰੂਰਤ ਵੀ ਕਿਉਂ ਹੈ, ਕਦੋਂ ਮਹਿਸੂਸ ਹੋਇਆ? ਕਿਉਂਕਿ ਮਨੁੱਖ ਤੇ ਆਪਣਾ ਜੀਵਨ ਜੀ ਰਿਹਾ ਹੋਵੇਗਾ, ਭਾਵੇਂ ਪੁਰਾਣੇ ਯੁੱਗ ਦੀ ਗੱਲ ਕਰੀਏ ਜਿਸ ਨੂੰ ਸਟੋਨ ਟਾਈਮ ਕਹਿੰਦੇ ਆ, ਪੱਥਰ ਯੁੱਗ ਜਿਹਨੂੰ ਕਿਹਾ ਜਾਂਦਾ। ਉਸ ਵਿੱਚ ਲੋਕ ਜੰਗਲ 'ਚ ਰਹਿੰਦੇ ਸੀ, ਫਲ ਆਹਾਰ ਕਰਦੇ ਸਨ, ਕੁਝ ਸ਼ਿਕਾਰ ਕਰਕੇ ਖਾਂਦੇ ਸਨ। ਪਰ ਪ੍ਰਮਾਤਮਾ ਕਦੋਂ ਚੇਤੇ ਆਇਆ ਉਹਨਾਂ ਨੂੰ ਵੀ ਰੱਬ ਵੀ ਕੋਈ ਚੀਜ਼ ਹੈ? ਇਸ ਬਾਰੇ ਜਿਹੜਾ ਗਿਆਨ ਮਿਲਿਆ ਸੰਸਾਰ ਦੇ ਲੋਕਾਂ ਨੂੰ ਕਿਵੇਂ ਪ੍ਰਾਪਤ ਹੋਇਆ, ਸਾਡੇ ਲਈ ਇਹ ਸੌਖਾ ਹੈ, ਕਿਉਂਕਿ ਗੁਰਮਤਿ ਦੀ ਸਿੱਖੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੈ ਤੇ ਉਹ 1469 ਦੀ ਗੱਲ ਹੈ। ਲੇਕਿਨ ਧਰਮ ਦੇ ਬਾਰੇ ਲੋਕਾਂ ਨੇ ਜਿੰਨੀਆਂ ਕੁ ਵਿਚਾਰਾਂ ਬਣਾਈਆਂ ਨੇ, ਸਭ ਦੀ ਵਿਚਾਰਧਾਰਾ ਅਲੱਗ-ਅਲੱਗ। ਹੁਣ ਦੁਨੀਆ ਸ਼ੁਰੂ ਕਿਵੇਂ ਹੋਈ? ਪਹਿਲੋਂ ਤੇ ਇਸੇ ਚੀਜ਼ ਵਿੱਚ ਇਨਸਾਨ ਜੀਂਦਾ। ਹੁਣ ਰਹਿਣ ਵਾਸਤੇ ਜ਼ਮੀਨ ਚਾਹੀਦੀ ਹੈ, ਪੀਣ ਵਾਸਤੇ ਪਾਣੀ ਚਾਹੀਦਾ, ਖਾਣ ਵਾਸਤੇ ਪਦਾਰਥ ਔਰ ਅਗਨੀ ਚਾਹੀਦੀ ਹੈ। ਇਹ ਚੀਜ਼ਾਂ ਸਨ। ਜਦੋਂ ਇਹਨਾਂ ਚੀਜ਼ਾਂ ਨਾਲ ਹੀ ਜੀਵਨ ਪਨਪਿਆ, ਲੇਕਿਨ ਇਹਨਾਂ ਚੀਜ਼ਾਂ ਕਰਕੇ, ਜੇ ਖਾਣ ਕਰਕੇ ਜੀਵਨ ਬਚਦਾ ਸੀ ਤੇ ਖਾਣਾ ਜਿਵੇਂ ਬਣਾਇਆ ਗਿਆ ਅਗਨੀ ਨਾਲ, ਉਹਦੇ 'ਚ ਜੀਵਨ ਸੜਦਾ ਵੀ ਸੀ। ਅੱਗ ਜਿੱਥੇ ਭੋਜਨ ਪਕਾਉਂਦੀ ਸੀ ਤੇ ਬੰਦਾ ਸੋਚਦਾ ਸੀ ਮੈਂ ਅੱਗ ਬਾਲੀ ਹੈ, ਪਰ ਜਦੋਂ ਅੱਗ ਨੇ ਸਾੜਿਆ, ਜੰਗਲਾਂ ਨੂੰ ਸਾੜਿਆ, ਬੰਦੇ ਨੂੰ ਸੋਚਣਾ ਪਿਆ ਕੋਈ ਸੁਪਰੀਮ ਪਾਵਰ ਹੈ ਜੋ ਅੱਗ ਨੂੰ ਕੰਟਰੋਲ ਕਰ ਸਕਦੀ ਹੈ। ਪਾਣੀ ਜਦੋਂ ਤੱਕ ਪੀਣ ਵਾਸਤੇ ਵਰਤਿਆ ਤੇ ਠੀਕ, ਪਰ ਜਦੋਂ ਪਾਣੀ ਨੇ ਡੁਬੋਇਆ, ਫਿਰ ਬੰਦੇ ਨੂੰ ਪਤਾ ਲੱਗਾ ਕਿ ਪਾਣੀ ਨੂੰ ਕੋਈ ਹੈ ਇੱਕ ਸ਼ਕਤੀ ਜਿਹੜੀ ਕੰਟਰੋਲ ਕਰ ਸਕਦੀ ਹੈ। ਜਿਸ ਵੇਲੇ ਤੱਕ ਜ਼ਮੀਨ ਅੰਨ ਪੈਦਾ ਕਰਕੇ ਦਿੰਦੀ ਹੈ ਸਭ ਠੀਕ ਹੈ, ਪਰ ਜਦੋਂ ਇਸੇ ਮਿੱਟੀ ਵਿੱਚ ਬੰਦਾ ਗਰਕ ਹੋ ਜਾਂਦਾ ਹੈ ਤੇ ਫਿਰ ਬੰਦੇ ਨੂੰ ਪਤਾ ਲੱਗਦਾ ਨਹੀਂ, ਜ਼ਮੀਨ ਵੀ ਇੱਕ ਸ਼ਕਤੀ ਦਾ ਨਾਮ ਹੈ ਤੇ ਇਸ ਨੂੰ ਪੈਦਾ ਕਰਨ ਵਾਲਾ ਸਰਵ ਸ਼ਕਤੀਮਾਨ। ਇਸ ਲਈ ਧਰਮ ਦੀ ਆਰੰਭਤਾ ਜਾਂ ਧਰਮ ਦੀ ਸੋਚ ਜਾਂ ਧਰਮ ਦੀ ਜੋ ਗਹਿਰਾਈ ਹੈ, ਉਹ ਮਨੁੱਖ ਨੇ ਉਦੋਂ ਸ਼ੁਰੂ ਕੀਤੀ ਜਾਣਨੀ ਜਿਸ ਵੇਲੇ ਮਨੁੱਖ ਦੇ ਉੱਤੇ ਸੰਕਟ ਆਏ, ਮੁਸੀਬਤ ਆਈ, ਪਰੇਸ਼ਾਨੀਆਂ ਆਈਆਂ, ਔਰ ਫਿਰ ਉਹਨੇ ਨਿਜਾਤ ਪਾਣੀ ਚਾਹੀ ਵੀ ਇਸ ਮੁਸੀਬਤ ਤੋਂ ਬਚੀਏ। ਫਿਰ ਇਹ ਜਾਣਨਾ ਪੈਂਦਾ ਸ੍ਰਿਸ਼ਟੀ ਕਿਵੇਂ ਸ਼ੁਰੂ ਹੋਈ, ਕਿਸ ਨੇ ਬਣਾਈ ਹੈ। ਜਿਹਨੇ ਬਣਾਈ ਹੈ ਕੰਟਰੋਲ ਵੀ ਉਹੀ ਕਰੇਗਾ। ਕਿਉਂਕਿ ਮਨੁੱਖ ਨੂੰ ਇਹ ਲੱਗਦਾ ਸੀ ਵੀ ਹਵਾ ਚੱਲਦੀ ਹੈ ਤੇ ਉਸ ਦਾ ਪਸੀਨਾ ਸੁੱਕ ਜਾਂਦਾ ਹੈ, ਠੰਡਕ ਮਹਿਸੂਸ ਹੁੰਦੀ ਹੈ, ਪਰ ਜਦੋਂ ਇਸੇ ਹਵਾ ਨੇ ਉਸ ਦੀਆਂ ਝੌਂਪੜੀਆਂ ਉਡਾ ਦਿੱਤੀਆਂ, ਫਿਰ ਪਤਾ ਲੱਗਾ ਇਹ ਤੇ ਸਭ ਤਬਾਹ ਵੀ ਕਰਦੀ ਹੈ। ਫਿਰ ਰੱਬ ਵੱਲ ਵੇਖਣਾ ਸ਼ੁਰੂ ਕੀਤਾ। ਜਿਵੇਂ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਚੱਲ ਰਿਹਾ, ਜਿੱਥੇ ਨਹੀਂ ਪੈਂਦੀ ਲੋਕ ਕਹਿੰਦੇ ਨੇ ਪ੍ਰਮਾਤਮਾ ਮੀਂਹ ਵਰਸਾ, ਔਰ ਜਦ ਜ਼ਿਆਦਾ ਪੈ ਜਾਂਦਾ ਫਿਰ ਕਹਿੰਦੇ ਨੇ ਪ੍ਰਮਾਤਮਾ ਹੁਣ ਰੁਕ ਜਾ। ਇਸ ਲਈ ਪ੍ਰਮਾਤਮਾ ਵੱਲ ਹੀ ਵੇਖਣਾ ਪੈਂਦਾ। ਤੇ ਮਹਾਰਾਜ ਨੇ ਬਾਣੀ ਵਿੱਚ ਇਸ ਪ੍ਰਥਾਏ ਇਹ ਲਿਖਿਆ ਵੀ ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾ ਹੈ।
ਮਹਾਰਾਜ ਕਹਿੰਦੇ ਨੇ, ਹੇ ਦੁਨੀਆ ਦੇ ਲੋਕੋ, ਤੁਸੀਂ ਆ ਬੱਦਲ ਵੱਲ ਉੱਠ ਉੱਠ ਕੇ ਵੇਖਦੇ ਹੋ ਵੀ ਇਹ ਜ਼ਿਆਦਾ ਆ ਗਿਆ ਤਾਂ ਪਰੇਸ਼ਾਨੀ, ਨਹੀਂ ਆਉਂਦਾ ਤਾਂ ਪਰੇਸ਼ਾਨੀ। ਤੇ ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਵੀ ਜਿਹਨੇ ਬੱਦਲ ਭੇਜਿਆ ਹੈ ਨਾ, ਉਹਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਉਹਦਾ ਚਿੰਤਨ ਕਰਨਾ ਚਾਹੀਦਾ। ਪਰ ਚਿੰਤਨ ਵਿੱਚ ਖਿਆਲ ਐਸੇ ਆ ਗਏ ਵੀ ਇੱਕ ਧਰਮ ਹੈ, ਉਸ ਨੂੰ ਖਵਾਜਾ ਪੀਰ ਕਹਿੰਦੇ ਨੇ ਪਾਣੀ ਨੂੰ, ਦੂਸਰੇ ਧਰਮ ਵਿੱਚ ਉਸੇ ਨੂੰ ਵਰੁਣ ਦੇਵਤਾ ਕਹਿੰਦੇ ਨੇ, ਇੰਦਰ ਦੇਵਤਾ ਕਹਿੰਦੇ ਨੇ। ਹੁਣ ਸਮੱਸਿਆ ਹੈ ਵੀ ਤੁਸੀਂ ਕੀ ਕਹੋਗੇ? ਉਹਨੂੰ ਖਵਾਜਾ ਮੰਨੀਏ ਤੇ ਦੂਸਰਿਆਂ ਨੇ ਕਹਿਣਾ ਵੀ ਉਹ ਦੇਵਤਾ ਹੈ। ਪਰ ਸੁਣਦਾ ਉਹ ਦੋਨਾਂ ਦੀ ਹੈ, ਚਾਹੇ ਉਹਨੂੰ ਖਵਾਜਾ ਕਹਿ ਕੇ ਬੁਲਾ ਲਓ ਤੇ ਚਾਹੇ ਉਹਨੂੰ ਇੰਦਰ ਦੇਵਤਾ ਕਹਿ ਕੇ ਬੁਲਾਓ, ਮੰਨਦਾ ਤੇ ਉਹ ਹੈ ਹੀ ਹੈ। ਉਹਨੂੰ ਨਾਮ ਨਾਲ ਫਰਕ ਨਹੀਂ ਪੈਂਦਾ, ਭਾਵਨਾ ਨਾਲ ਫਰਕ ਪੈਂਦਾ। ਹੁਣ ਜਿਵੇਂ ਮਾਂ ਆਪਣੇ ਬੱਚੇ ਦਾ ਨਾਮ ਜਿਵੇਂ ਜੋ ਮਰਜ਼ੀ ਰੱਖਿਆ ਹੋਵੇ, ਲੇਕਿਨ ਜੇ ਮਾਂ ਆਪਣਾ ਪਿਆਰ ਵਾਲਾ ਕੋਈ ਵੀ ਘਰ ਦਾ ਨਾਮ ਬੁਲਾ ਲਏ, ਤੇ ਕਈ ਪਿੰਡਾਂ ਵਿੱਚ ਤੇ ਕਹਿੰਦੇ ਮੇਰਾ ਲੱਡੂ, ਮਾਂ ਦੀਆਂ ਛਾਈਆਂ ਮਾਈਆਂ, ਇਸ ਤਰ੍ਹਾਂ ਦੇ ਨਾਮ ਚੱਲਦੇ ਰਹਿੰਦੇ ਸਨ। ਗੋਗਲੂ ਮੋਗਲੂ ਇਸ ਪ੍ਰਕਾਰ ਦੇ ਨਾਮ ਵੀ ਆ ਜਾਂਦੇ ਨੇ। ਹੁਣ ਉਹ ਚਿੜਦਾ ਨਹੀਂ ਹੈ ਬੱਚਾ, ਪਤਾ ਉਹਨੂੰ ਮੇਰੀ ਮਾਂ ਭਾਵੇਂ ਕੁਛ ਵੀ ਕਹਿ ਰਹੀ, ਬੁਲਾ ਤੇ ਮੈਨੂੰ ਹੀ ਰਹੀ ਹੈ। ਤੇ ਇਸੇ ਪ੍ਰਕਾਰ ਵਿੱਚ ਜਦੋਂ ਅਸੀਂ ਭਾਵਨਾ ਵੇਖਦੇ ਹਾਂ ਨਾ ਮਾਂ ਦੇ ਬੁਲਾਉਣ ਵਿੱਚ, ਇਹੀ ਚੀਜ਼ ਪਰਮਾਤਮਾ ਵੇਖਦਾ ਆਪਣੇ ਭਗਤਾਂ ਵਿੱਚ। ਨਾਮ ਨਾਲ ਫਰਕ ਨਹੀਂ ਪੈਂਦਾ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਹੈ, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ। ਵੀ ਪ੍ਰਮਾਤਮਾ ਮੈਂ ਤੇਰੇ ਸਾਰੇ ਨਾਵਾਂ ਤੋਂ ਬਲਿਹਾਰ ਜਾਣਾ, ਕਿਉਂਕਿ ਗੱਲ ਨਾਮ ਵਿੱਚ ਨਹੀਂ, ਗੱਲ ਭਾਵਨਾ ਵਿੱਚ। ਤੇ ਇਹ ਭਾਵਨਾ ਜਾਗ੍ਰਿਤ ਹੁੰਦੀ ਹੈ ਜਿਸ ਵੇਲੇ ਮਨੁੱਖ ਪ੍ਰਮਾਤਮਾ ਨਾਲ ਕਨੈਕਟ ਹੁੰਦਾ ਹੈ, ਜੁੜਦਾ ਹੈ। ਬਸ ਉਹ ਜੁੜਨ ਦਾ ਤਰੀਕਾ ਹੀ ਸਾਨੂੰ ਸਤਿਗੁਰ ਪਾਤਸ਼ਾਹ ਜੀ ਦੱਸਦੇ ਨੇ। ਵੀ ਅਸੀਂ ਅਗਰ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਾਂ ਤੇ ਇਹ ਜੋ ਸੰਜੋਗ ਬਣਦਾ ਹੈ ਕਿ ਅਸੀਂ ਹਾਲਾਤ ਅਨੁਸਾਰ, ਵਕਤ ਅਨੁਸਾਰ, ਜਿਵੇਂ ਵੀ ਜਦੋਂ ਜਿਸ ਦਾ ਸਮਾਂ ਬਣੇ, ਗੁਰੂ ਕੀ ਸੰਗਤ ਵਿੱਚ ਲੋਕ ਆਉਂਦੇ ਨੇ, ਹਾਜ਼ਰੀ ਭਰਦੇ ਨੇ। ਇਹ ਜਿਹੜਾ ਇੱਕ ਕਨੈਕਸ਼ਨ ਹੈ, ਇਸ ਨੂੰ ਜਦੋਂ ਮਹਿਸੂਸ ਕਰਾਂਗੇ ਕਿ ਅਸੀਂ ਅਗਰ ਹੋਰ ਪ੍ਰਮਾਤਮਾ ਨਾਲ ਨੇੜਤਾ ਬਣਾ ਲਈਏ ਤੇ ਫਿਰ ਉਹਦੀ ਰਹਿਮਤ, ਉਹਦਾ ਪਿਆਰ, ਉਹਦੀ ਬਖਸ਼ਿਸ਼ ਉਹ ਹੋਰ ਜ਼ਿਆਦਾ ਪ੍ਰਾਪਤ ਹੋਏਗੀ। ਤੇ ਉਹਦੇ ਨਾਲ ਇਹ ਫਰਕ ਕਿਵੇਂ ਮਹਿਸੂਸ ਹੋਏਗਾ? ਕਿਉਂਕਿ ਮਨੁੱਖ ਦੇ ਅੰਦਰ ਇਤਨੀ ਕੁ ਸ਼ਕਤੀ ਹੈ ਜਿਹਨੂੰ ਆਤਮਿਕ ਸ਼ਕਤੀ ਕਹਿੰਦੇ ਆ, ਜਾਂ ਇਸ ਨੂੰ ਵਿਗਿਆਨੀ ਵਿਲ ਪਾਵਰ ਕਹਿੰਦੇ ਨੇ। ਤੇ ਗੱਲ ਤੇ ਉਤਨੀ ਕੁ ਹੈ, ਵਿਲ ਪਾਵਰ ਕਹੀਏ ਜਾਂ ਆਤਮਿਕ ਸ਼ਕਤੀ ਕਹੀਏ, ਪਰ ਉਸ ਨੂੰ ਜਾਗ੍ਰਿਤ ਵੀ ਤੇ ਕਰਨਾ ਹੈ। ਔਰ ਜਦੋਂ ਹੋ ਜਾਂਦੀ ਹੈ ਫਿਰ ਇਨਸਾਨ ਕਿਸੇ ਵੀ ਸਮੱਸਿਆ ਦਾ ਨਿਦਾਨ ਬੜੀ ਆਸਾਨੀ ਨਾਲ ਕਰ ਲੈਂਦਾ, ਉਸ ਦਾ ਹੱਲ ਲੱਭ ਲੈਂਦਾ, ਜੀਵਨ ਸੌਖਾ ਹੋ ਜਾਂਦਾ। ਫਿਰ ਦੁੱਖ ਪ੍ਰਤੀਤ ਨਹੀਂ ਹੁੰਦਾ। ਧਰਮ ਦਾ ਆਧਾਰ ਇਹੀ ਹੈ। ਆਪਾਂ ਸਾਰੇ ਆਏ ਹਾਂ ਤੇ ਮਕਸਦ ਤੇ ਇਹੀ ਹੈ ਨਾ ਵੀ ਵਕਤ ਬੜਾ ਔਖਾ ਚੱਲ ਰਿਹਾ ਸੀ, ਹੁਣ ਥੋੜ੍ਹੇ ਹਾਲਾਤ ਖੁੱਲ੍ਹੇ ਨੇ ਤੇ ਅੱਗੇ ਸਮਾਂ ਸਕੂਨ ਵਾਲਾ ਰਵੇ। ਸਾਰਿਆਂ ਦੀ ਇੱਕ ਭਾਵਨਾ ਤੇ ਹੈ ਹੀ ਹੈ, ਮੇਰੀ ਵੀ ਹੈ, ਤੁਹਾਡੀ ਵੀ ਹੈ, ਵੀ ਮਹਾਰਾਜ ਜੋ ਵਕਤ ਵੇਖ ਲਿਆ ਠੀਕ ਹੈ, ਬਸ ਇਸ ਤੋਂ ਅੱਗੇ ਹੁਣ ਥੋੜ੍ਹਾ ਸੌਖਾ ਰਵੇ ਸਮਾਂ, ਜ਼ਿੰਦਗੀ ਪਟਰੀ ਤੇ ਆ ਜਾਏ, ਲਾਈਫ ਜਿਹੜੀ ਹੈ ਥੋੜ੍ਹੀ ਸੌਖੀ ਹੋ ਜਾਏ, ਲੋਕ ਬੇਫਿਕਰ ਹੋ ਕੇ ਆ ਜਾ ਸਕਣ, ਮਿਲ ਸਕਣ, ਗੱਲਬਾਤ ਹੋ ਸਕੇ, ਸਮਾਜ ਫਿਰ ਤੋਂ ਉਹਨਾਂ ਖੁਸ਼ੀਆਂ ਨੂੰ, ਉਸੇ ਆਨੰਦ ਨੂੰ ਮਾਣ ਸਕੇ। ਪਰ ਇਹ ਸਭ ਕੁਝ ਹੋਵੇਗਾ ਉਸ ਪਰਮਾਤਮਾ ਦੀ ਰਹਿਮਤ ਦੇ ਅਨੁਸਾਰ ਹੀ। ਤੇ ਰਹਿਮਤ ਦੇ ਅਨੁਸਾਰ ਇਸ ਲਈ ਕਿਉਂਕਿ ਜਹਾਨ ਬਣਾਇਆ ਵੀ ਤੇ ਉਸੇ ਨੇ। ਜਿਸ ਬਾਣੀ ਦੀ ਵਿਚਾਰ ਕੱਲ ਤੋਂ ਆਰੰਭ ਹੋਈ ਹੈ, ਦੱਖਣੀ ਓਂਕਾਰ, ਇਹ ਬਾਣੀ ਸ੍ਰਿਸ਼ਟੀ ਰਚਨਾ ਨੂੰ ਲੈ ਕੇ ਹੈ। ਸ਼ੁਰੂਆਤ ਵਿੱਚ ਜੋ ਕੁਝ ਬਚਨ ਨੇ ਉਹ ਦੁਨੀਆ ਦੇ ਮੂਲ, ਦੁਨੀਆ ਦੇ ਅਸਤਿਤਵ ਬਾਰੇ ਨੇ, ਕਿ ਕਿਵੇਂ ਇਹ ਜਹਾਨ ਪੈਦਾ ਹੋਇਆ, ਕਿਵੇਂ ਇਹ ਦੁਨੀਆ ਬਣੀ ਹੈ। ਔਰ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਦੁਨੀਆ ਬਣੀ ਕਿਸ ਤਰ੍ਹਾਂ ਹੈ, ਫਿਰ ਇੱਕ ਹੋਰ ਚੀਜ਼ ਜਾਣਕਾਰੀ ਵਿੱਚ ਆ ਜਾਂਦੀ ਹੈ ਕਿ ਅਗਰ ਪਰਮਾਤਮਾ ਨੇ ਬਣਾਈ ਹੈ ਤੇ ਕੰਟਰੋਲ ਵੀ ਉਹਦਾ ਹੀ ਹੈ। ਜਦੋਂ ਇਹ ਚੀਜ਼ ਸਮਝ ਆ ਜਾਂਦੀ ਹੈ ਕਿ ਕੰਟਰੋਲ ਉਸ ਦਾ ਹੈ, ਫਿਰ ਅਸੀਂ ਰੂਲ ਫੋਲੋ ਕਰਦੇ ਹਾਂ।
बस ये गल मैं तुहाडे नाल सांझी करके फिर विचार अगे तोरनी है। ਇਹਦੇ ਲਈ एक एग्जाम्पल वरतनी चाहांगा। जिस तरह असीं इत्थे रहने हैं तो इत्थे अगर लैफ्ट साइड चलना है, कई बार असीं रोंग साइड गड्डी कढ़ लैंदे हैं क्योंकि सानू पता साडा इलाका, साडा देश, साडी जगह। पुलिस वाला भी आस पास का जानकार होएगा, गलबात करके निकल जाएंगे। पर जदों टूर दे उत्ते घूमण फिरन वास्ते विदेश चले जाते हो और उत्थे अगर उत्थे तो पैदल भी जा रहे होइए और रैड लाइट हो जाए तो खड़े हो जाइदा भी नहीं, ये हुण अपना देश नहीं है, इत्थों की पुलिस तो नहीं बख्शेगी। इत्थे तो गड्डी की भी परवाह नहीं करते, उत्थे पैदल भी बंदा रूल तोड़ता नहीं है, पैदल भी नहीं तोड़ता। क्यों? पता भी ये बेगाना देश है, बेगानी दुनिया है, लोग जानन वाले नहीं और समझणगे भी नहीं। और दूसरी गल, भाषा ही नहीं जानणगे। पहली गल तो आ जिहड़े आस पास के खाड़ी देश ने जिथे सस्ते चले जाईदा भी, थाईलैंड, सिंगापुर, मलेशिया वगैरह, भी इत्थे लोगों की भाषा ही वक्री है। बहुते तो थाईलैंड वाले इंग्लिश भी नहीं समझते। इस करके उत्थे फिर मुश्किल है। बंदा सोचता छड्डो पर इत्थे रूल फॉलो करके चलो, कौन समस्या विच खड़ा होएगा, कौन जवाबदेही करेगा। हुण जिथे परमात्मा वसदा है, सोचिए भी उत्थों की भाषा सानू आउंदी है। तो बाणी विच लिखिया, धन सो देश जहाँ तू वसिया, मेरे सज्जन मीत मुरारे जियो। तो परमात्मा वो भी एक देश है जिथे तू वसिया होया, जिथे तू रहिंदा है। तो भगत रविदास जी ने तो शहर का नाम भी रखिया होया, वो कहते बेगमपुरा शहर को नाऊं, दुख अंदोख नहीं ते ठाऊं। हुण जे बंदा उत्थे चला जाए और भाषा नहीं आउंदी, हुण यमराज की भाषा ना मैनू आउंदी है, शायद तुहाडे चों भी ना आउंदी होवे किसी ने, ਉਹਦੇ ਨਾਲ ਗੱਲ ਕਿਵੇਂ ਕਰਾਂਗੇ? ਉਹ ਤੇ ਫੋਲੋ ਅਲੱਗ ਹੀ ਕਰਨਾ ਪਏਗਾ, ਉੱਥੋਂ ਦਾ ਰੂਲ ਹੈ। ਸੋ ਜਿੱਥੇ ਜਾਣਾ ਉੱਥੋਂ ਦੇ ਰੂਲ ਫੋਲੋ ਕਰਨੇ ਪੈਂਦੇ ਨੇ। ਧਰਮ ਇਹੀ ਸਿਖਾਉਂਦਾ ਹੈ, ਪਰਮਾਤਮਾ ਦੀ ਮਰਿਆਦਾ ਸਮਝ ਆ ਜਾਏ, ਉਹਦੇ ਰੂਲ ਸਮਝ ਆ ਜਾਣ, ਉਹਦੇ ਨਿਯਮ ਸਮਝ ਆ ਜਾਣ। ਔਰ ਜਿਹਨੂੰ ਸਮਝ ਆ ਜਾਂਦੇ ਨੇ ਉਹ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਜਾਂਦਾ। ਉਹ ਅਗਰ ਜਾਂਦਾ ਵੀ ਹੈ ਤਾਂ ਉਹਨੂੰ ਪਰਵਾਹ ਨਹੀਂ। ਇਹੀ ਧਰਮ ਸਿਖਾਉਂਦਾ। क्योंकि महाराज गुरु नानक पातशाह जी ने ही रोज़ आप आसा की वार विच पढ़ते हैं, ये जग सच्चे की है कोठड़ी, सच्चे का विचवास। ये जग, ये संसार सच्चे की कोठड़ी यानी सच्चे की कोठी है। दुनिया अगर थोड़ा जा किसी का खुला घर होवे ना, 200-400 गज विच बनाया होवे, बंदा कहना मेरी फलानी थां कोठी है। तो महाराज कहते ने ये पूरी दुनिया ही परमात्मा की कोठी है। रजिस्ट्री भावें असी करा ली है, किसी ने 1000 फुट की करा ली, किसी की 2000 की हो गई, किसी की 4000 फुट की हुई, पर पूरी रजिस्ट्री तो परमात्मा के नाम है धरती की। ये जग सच्चे की है कोठड़ी। और ऐसा भी नहीं है कोठी खरीद के रख दी है फिर किराएदार कोई रख लिया, वो ऐसा नहीं है। सच्चे का विश्वास, वो दुनिया ओदी है तो दुनिया च रहिंदा भी पिया, ये नहीं कि किसी होर नूं रखिया होया उन्हें। अपना ही कब्जा है परमात्मा का, किसी होर दे हैंडओवर नहीं किया होया, कोई रखवाला नहीं बिठाया। दुनिया भी उसे दी है, बैठा भी आप ही है। ये जग सच्चे की है कोठड़ी, सच्चे का विश्वास। तो एक ना हुक्म समाए लए, जिहड़े उहदे हुक्म विच ने अपने नाल रला लैंदा। तो एक ना हुक्मे करे विनाश, जिहड़े नहीं मनदे कहंदा भी जाओ पर। फिर सज़ा, दुख, परेशानियां। इसलिए धर्म के मूल सिद्धांत विच सानू परमात्मा के रूल पता लगते हैं भी दुनिया विच उसका नियम की है। ओदी दुनिया है, उसे ने इसनू कंट्रोल किया होया। तो जदों ओदी दुनिया उसे दे नियम अनुसार चलांगे फिर वो चीज़ां सारियां धर्म के आधार के उत्ते सामने आउंदियां ने। सो इसलिए महाराज ने समझाया, कहन लगे इस सृष्टि विच जो कुछ भी है उस परमात्मा के हुक्म अनुसार है। तो महाराज कहते हैं ओंकार ब्रह्मा उत्पत्त, ओंकार किया जिन चित, उस निराकार पर ब्रह्म ने जिन्हों ओंकार कहते हैं उन्हें सब कुछ पैदा किया। सारी सृष्टि सारी कायनात उसदी है। तो जे उसदी है तो नियम उसदे होणगे और उहदे नियम ने फिर सानू अपने नियम छड्डने पैंदे ने। जे मनुख अपने रूल मुताबिक चले तो फिर बहुत मुश्किल आ जाती है। और वही चीज़ एक जो कानूनी भाषा जिन्हों डिपोर्ट होना कहते हैं,
ਜੇ ਰੂਲ ਕੋਈ ਫੋਲੋ ਨਹੀਂ ਕਰਦਾ ਫਿਰ ਇਹੀ ਚੀਜ਼ਾਂ ਆਉਂਦੀਆਂ ਨੇ। ਇਸੇ ਤਰ੍ਹਾਂ ਉਸ ਪ੍ਰਮਾਤਮਾ ਦੇ ਨਿਯਮ ਵਿੱਚ ਵੀ ਜਿਹੜੇ ਧਰਮ ਦੇ ਆਧਾਰ 'ਤੇ ਨਹੀਂ ਚੱਲਦੇ ਉਹ ਪ੍ਰਮਾਤਮਾ ਵੱਲੋਂ ਡਿਪੋਰਟ ਹੁੰਦੇ ਨੇ। ਤੇ ਜਦੋਂ ਐਸਾ ਹੋ ਜਾਂਦਾ ਹੈ ਤੇ ਫਿਰ ਇਨਸਾਨ ਉਹ ਕਸ਼ਟ, ਉਹ ਦੁੱਖ, ਕਿਉਂਕਿ ਜਿੱਥੇ ਜਾਣਾ ਚਾਹੁੰਦਾ ਸੀ ਉਹ ਮਿਲਿਆ ਨਹੀਂ, ਸੁੱਖ ਮਿਲੇ ਨਹੀਂ, ਉਮੀਦ ਸੁੱਖਾਂ ਦੀ ਰੱਖੀ ਸੀ, ਤੇ ਹੁਣ ਸੁੱਖ ਕਿਵੇਂ ਪ੍ਰਾਪਤ ਹੋਣਗੇ ਜੇ ਪ੍ਰਮਾਤਮਾ ਦੇ ਹੁਕਮ ਵਿੱਚ? ਤੇ ਹੁਕਮ ਕੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਹੁਣ ਇਹ ਜਿਹੜੇ ਰੂਲ ਨੇ ਇਹੀ ਮੰਨਣੇ ਹੁੰਦੇ ਨੇ। ਪ੍ਰਮਾਤਮਾ ਦੇ ਨਿਯਮ ਅਨੁਸਾਰ ਜਿਹੜਾ ਚੱਲਦਾ ਉਹਦੇ ਹਿਸਾਬ ਨਾਲ ਸਾਰਾ ਕੁਝ ਫਿਰ ਸਭ ਸੌਖਾ ਹੋ ਜਾਂਦਾ, ਕਿਉਂਕਿ ਪ੍ਰਮਾਤਮਾ ਦੀ ਮੰਨੀ ਪ੍ਰਮਾਤਮਾ ਉਹਨਾਂ ਦੀ ਮੰਨਦਾ। ਜੇ ਅਸੀਂ ਰੱਬ ਦੇ ਹਾਂ ਤੇ ਰੱਬ ਸਾਡਾ ਹੈ। ਮਹਾਰਾਜ ਨੇ ਐਸਾ ਲਿਖਿਆ, ਕਹਿੰਦੇ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਅਸੀਂ ਪ੍ਰਮਾਤਮਾ ਦੇ ਬਣਨਾ ਹੈ ਤੇ ਪ੍ਰਮਾਤਮਾ ਦੇ ਬਣਨ ਦੀ ਨਿਸ਼ਾਨੀ ਹੈ ਅਸੀਂ ਉਸ ਦੇ ਨਿਯਮ ਅਨੁਸਾਰ ਚੱਲਦੇ ਹਾਂ। ਜਦੋਂ ਇਨਸਾਨੀਅਤ ਦੇ ਦਾਇਰੇ ਵਿੱਚ ਰਹਿੰਦੇ ਹਾਂ ਫਿਰ ਸਭ ਕੁਝ ਸੌਖਾ ਲੱਗਦਾ ਹੈ, ਫਿਰ ਜੀਵਨ ਆਸਾਨ ਪ੍ਰਤੀਤ ਹੁੰਦਾ ਹੈ। ਇਸ ਲਈ ਸਤਿਗੁਰ ਪਾਤਸ਼ਾਹ ਜੀ ਫਰਮਾ ਰਹੇ ਨੇ ਕਿ ਹੇ ਇਨਸਾਨ, ਜਦੋਂ ਤੂੰ ਉਸ ਪ੍ਰਮਾਤਮਾ ਦੇ ਨਿਯਮ ਵਿੱਚ ਆਵੇਂਗਾ ਤੇ ਸਾਰੀਆਂ ਚੀਜ਼ਾਂ ਤੇਰੇ ਲਈ ਸੌਖੀਆਂ ਹੋ ਜਾਣਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਤੇ ਉਹਨਾਂ ਦੇ ਜੀਵਨ ਵਿੱਚ ਐਸੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਹਦੇ ਅਨੁਸਾਰ ਉਹ ਅਕਾਲ ਪੁਰਖ ਦਾ ਹੁਕਮ ਜ਼ਾਹਿਰ ਕਰਦੇ ਸਨ। ਤੇ ਇਸ ਹੁਕਮ ਨੂੰ ਮੰਨਦੇ ਹੋਏ, ਜਿਵੇਂ ਇਹ ਵਿਚਾਰ ਓਂਕਾਰੇਸ਼ਵਰ ਵਿੱਚ ਸੀ, ਪਰ ਇਸੇ ਦੇ ਨਾਲ ਮਿਲਦੀ ਵਿਚਾਰਧਾਰਾ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੰਡਿਤ ਬ੍ਰਿਜ ਲਾਲ ਜੀ ਦੇ ਕੋਲ ਪੜ੍ਹਨ ਪਾਇਆ ਗਿਆ ਸੰਸਕ੍ਰਿਤ ਪੜ੍ਹਨ ਵਾਸਤੇ। 3 ਉਸਤਾਦ ਰਹੇ ਨੇ ਗੁਰੂ ਸਾਹਿਬ ਦੇ। ਅਕਾਊਂਟਸ ਦੀ ਪੜ੍ਹਾਈ, ਮੈਂ ਅਕਾਊਂਟਸ ਲਫ਼ਜ਼ ਤਾਂ ਵਰਤਿਆ, ਪੰਜਾਬੀ 'ਚ ਕਹਿੰਦੇ ਨੇ ਲੇਖਾ, ਹਿਸਾਬ ਕਿਤਾਬ, ਗਿਣਤੀ, ਪਹਾੜੇ, ਇਹੀ ਪੜ੍ਹਾਏ ਜਾਂਦੇ ਸਨ ਪਹਿਲਾਂ। ਜਿਹਨੂੰ ਪਹਾੜੇ ਆਉਂਦੇ ਸੀ ਉਹ ਅਕਾਊਂਟ ਦਾ ਜਾਂ ਹਿਸਾਬ ਕਿਤਾਬ, ਲੇਖੇ ਦਾ ਕੰਮ ਸੰਭਾਲ ਲੈਂਦਾ ਸੀ। ਤੇ ਮਹਾਰਾਜ ਨੇ ਉਹ ਪੜ੍ਹਾਈ ਕੀਤੀ ਹੈ ਗੋਪਾਲ ਦਾਸ ਜੀ ਕੋਲ, ਸੰਸਕ੍ਰਿਤ ਪੜ੍ਹੀ ਹੈ ਬ੍ਰਿਜ ਲਾਲ ਜੀ ਕੋਲ, ਫਾਰਸੀ ਪੜ੍ਹੀ ਹੈ ਕੁਤੁਬਦੀਨ ਸਾਹਿਬ ਕੋਲ। ਤੇ ਬ੍ਰਿਜ ਲਾਲ ਜੀ ਕੋਲ ਸਨ ਮਹਾਰਾਜ, ਤੇ ਉਹਨਾਂ ਦੇ ਕੋਲ ਸੰਸਕ੍ਰਿਤ ਪੜ੍ਹਨ ਵਾਸਤੇ ਗਏ ਤੇ ਮਹਾਰਾਜ ਨੇ ਪੁੱਛਿਆ ਜੀ ਪੜ੍ਹਨਾ ਕਿਉਂ ਹੈ? ਹੁਣ ਵੇਖੋ, ਅਸੀਂ ਵੀ ਬੱਚਿਆਂ ਨੂੰ ਪੜ੍ਹਨ ਭੇਜਦੇ ਹਾਂ, ਕੋਈ ਇੱਥੇ ਪੜ੍ਹਦਾ ਹੈ, ਕੋਈ ਵਿਦੇਸ਼ਾਂ ਵਿੱਚ ਪੜ੍ਹਾਉਂਦਾ ਹੈ, ਜਾਂ ਹੋਰ ਕੋਈ ਯਤਨ ਕਰਦੇ ਹਾਂ ਜਿੱਥੇ ਵੀ ਵਧੀਆ ਹੋ ਸਕੇ, ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ। ਤੇ ਸੋਚ ਤੇ ਮਹਿਤਾ ਕਾਲੂ ਜੀ ਦੀ ਵੀ ਬਹੁਤ ਬਿਹਤਰ ਸੀ। ਉਹਨਾਂ ਨੇ ਵੀ 3 ਚੀਜ਼ਾਂ ਪੜ੍ਹਾ ਦਿੱਤੀਆਂ, ਅਕਾਊਂਟਸ ਵੀ ਕਰਵਾਤਾ, ਸੰਸਕ੍ਰਿਤ ਵੀ ਕਰਵਾਤੀ, ਫਾਰਸੀ ਵੀ ਕਰਵਾਤੀ। ਉਸ ਵਕਤ ਦੇ ਗੁਰੂ ਨਾਨਕ ਸਾਹਿਬ ਵੈਲ ਐਜੂਕੇਟਡ ਪਰਸਨ ਨੇ, ਉਸ ਸਮੇਂ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਕਹਿ ਸਕਦੇ ਹਾਂ ਉਸ ਵਕਤ ਦੇ ਹਿਸਾਬ ਨਾਲ। ਵੀ 2 ਭਾਸ਼ਾਵਾਂ ਨੇ, ਉਹ ਦੋਨੋਂ ਆਉਂਦੀਆਂ ਨੇ। ਤੇ ਭਾਸ਼ਾ ਦਾ ਗਿਆਨ ਹੀ ਇਨਸਾਨ ਨੂੰ ਵਿਸ਼ੇਸ਼ ਬਣਾਉਂਦਾ ਹੈ, ਬਾਕੀ ਤੇ ਸਾਰੀਆਂ ਚੀਜ਼ਾਂ ਹੈ ਨਹੀਂ। ਇਸ ਬਾਰੇ ਅਜੇ ਸਾਡੇ ਦੇਸ਼ 'ਚ ਬਹੁਤਾ ਸੋਚਣਾ ਨਹੀਂ ਸ਼ੁਰੂ ਕੀਤਾ ਕਈਆਂ ਨੇ, ਲੇਕਿਨ ਲੈਂਗੁਏਜ ਅਗਰ ਆ ਜਾਏ ਨਾ, ਜਿਵੇਂ ਬਹੁਤੇ ਬੱਚੇ ਕਈ ਪੜ੍ਹਾਈਆਂ ਕਰਦੇ ਨੇ, ਸੋਚਦੇ ਨੇ ਵੀ ਅਸੀਂ ਤੇ ਜੀ ਨਾ ਸਾਇੰਸ ਲਈ ਨਾ ਕਾਮਰਸ ਲਈ ਕੀ ਕਰੀਏ, ਲੈਂਗੁਏਜ ਦੀ ਪੜ੍ਹਾਈ ਕਰ ਲਓ। ਵੀ ਜਿੰਨੀਆਂ ਵੀ ਬਾਹਰ ਦੀਆਂ ਕੰਪਨੀਆਂ ਨੇ, ਯੂਰਪ ਦੀਆਂ ਨੇ, ਤੇ ਫਰੈਂਚ ਪੜ੍ਹ ਲਓ, ਜਰਮਨ ਪੜ੍ਹ ਲਓ, ਜਾਂ ਕਿਸੇ ਹੋਰ ਲੈਂਗੁਏਜ ਵਿੱਚ ਦੇਖ ਲਓ, ਤੇ ਉਹਦੇ ਵਿੱਚ ਜੋ ਵੀ ਡੀਲ ਹੋਏਗੀ ਉੱਥੋਂ ਦੇ ਉਹ ਸਾਰੇ ਉਹ ਕੰਪਨੀਆਂ ਵਾਲੇ ਤੁਰੰਤ ਐਸੇ ਬੰਦਿਆਂ ਨੂੰ ਰੱਖਦੇ ਨੇ। ਕਨਵਰਟਰ ਚਾਹੀਦੇ ਹੁੰਦੇ ਨੇ, ਸੈਲਰੀ ਸਕੇਲ ਬਹੁਤ ਵਧੀਆ ਹੁੰਦਾ। ਗੱਲ ਕੀ ਕਿ ਮਹਾਰਾਜ ਨੇ ਉਸ ਵਕਤ ਦੀ ਪੜ੍ਹਾਈ ਸਭ ਤੋਂ ਬੈਸਟ ਲੈਵਲ ਦੀ ਕੀਤੀ। ਔਰ ਜਦੋਂ ਵਿਚਾਰ ਚੱਲੇ, ਪੰਡਿਤ ਬ੍ਰਿਜ ਲਾਲ ਜੀ ਕਹਿਣ ਲੱਗੇ, ਬੇਟਾ ਨਾਨਕ ਤੇਰਾ ਪਿਤਾ ਪਟਵਾਰੀ ਹੈ, ਉਹਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਤੈਨੂੰ ਪੜ੍ਹਾਉਣਾ ਹੈ, ਤੇ ਤੂੰ ਸੰਸਕ੍ਰਿਤ ਪੜ੍ਹ ਲੈ, ਦੇਵ ਭਾਸ਼ਾ ਹੈ, ਇਹ ਗਿਆਨ ਜਿਹਨੂੰ ਵੀ ਆਉਂਦਾ ਉਹ ਵਿਦਵਾਨ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਪੰਡਿਤ ਜੀ ਪੜ੍ਹ ਤੇ ਲਾਂਗਾ, ਪਰ ਗਿਆਨ ਜਾਂ ਦੇਵ ਭਾਸ਼ਾ ਜਾਂ ਸੰਸਕ੍ਰਿਤ ਪੜ੍ਹ ਕੇ ਮੈਨੂੰ ਆਏਗਾ ਕੀ, ਮਿਲੇਗਾ ਕੀ? ਕੋਈ ਵੀ ਚੀਜ਼ ਪੜ੍ਹਨ ਤੋਂ ਬਾਅਦ ਕੁਛ ਤੇ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੰਸਕ੍ਰਿਤ ਦੇ ਕੁਝ ਬਚਨ ਲਿਖੇ ਨੇ, ਤੇ ਸ਼ਲੋਕ ਸਹਿਸਕੀਰਤੀ ਮਹੱਲਾ ਪਹਿਲਾ 1353 ਅੰਕ ਦੇ ਉੱਤੇ
पहला बचन है गुरु नानक साहब का, पढ़ पुस्तक संध्या बादंग, सिल पूजस बगल समादंग, मुख झूठ विभूखण सारंग, त्रैपाल तिहाल विचारंग, गलमाला तिलक लिलाटंग, दोय धोती वस्त्र कपाटंग, जे जानस ब्रह्मं कर्मं, सब फोकट निश्चो कर्मं। कहो नानक निश्चो ध्यावै, बिन सतगुर बाट न पावै। ये पहला श्लोक है। गुरु साहब ने कहा भी पंडित जी सवेरे ज्ञान पढ़िया, पढ़ पुस्तक संध्या बादंग, ज्ञान हासिल किया लेकिन वाद विवाद वास्ते। वादंग का अर्थ है विवाद करना, वाद करना, चर्चा करनी। तो जे ज्ञान हासिल किया इस वास्ते कि ज्ञान अपनाना है तो ज्ञान अमृत है, लेकिन ज्ञान जब वाद विवाद का कारण बनता है तो फिर वो जहर बन जाता है, फिर वही नुकसान करता है। ज्ञान इस वास्ते नहीं है कि मैनू कोई 4 अखर आ गए ने मैं दूसरे नू नीवां दिखाना है, नहीं। ज्ञान इस वास्ते है कि किसी की सहूलीयत, किसी की मदद की जा सके, ज्ञान नाल जिंदगी सौखी हो सके, ज्ञान नाल जिंदगी विच आसानियत आवे, लाइफ ईजी होनी चाहिए है। जिस संकट ही आने ने ज्ञान नाल, ते ज्ञान फिर बहुत मुश्किल बन जाएगा। तो ज़्यादातर यही चीज़ लोग करते हैं, ज्ञान हासिल किया, मैनू आ आउंदा है, मैनू आ आउंदा है, मैनू आ पता है। किते कथा करते हैं एक बारी विचार कह बैठे भी जो दुनिया की पढ़ाई है, हालांकि मैं जदों भी उस विषय नूं छेड़ा मैं जरूर बेनती करना कि किसी टीचर नूं तंग नहीं करना, पर एक बार कथा च करते हैं 52 अखरी की गल सी, तो उहदे च मैं बेनती करती भी असी दुनिया च पढ़ते हैं भी कक्का खक्खा गग्गा घग्गा ङा, तो असी कहने ङा खाली, अणा खाली, अड़ाड़ा खाली, यही हुंदा है ना जी अजकल की पढ़ाई च। मैं किते कह बैठा भी महाराज की पढ़ाई च अड़ाड़ा खाली नहीं है, दुनिया की पढ़ाई विच अड़ाड़ा खाली है, दुनिया के टीचर पढ़ाउंदे ने अड़ाड़ा खाली। महाराज ने अड़ाड़ा खाली नहीं पढ़ाया, वो चुक्या अड़ाड़ा गुरमुख अड़ाड़ मिटाई। एक बच्चे ने चुक्या अपने टीचर नूं जाके पूछ लिया जी तुहाडा अड़ाड़ा खाली क्यों है। हुण टीचर परेशान बेचारा, उन्होंने हुण शायद वो ध्यान च नहीं होना भी चलो महाराज वाली गल है। हुण ज्ञान तो उन्हें लिया लेकिन अपने टीचर नूं परेशानी च पाता, कहंदा भी तुहाडा अड़ाड़ा खाली क्यों है। महाराज ने तो अड़ाड़े तो उपदेश दिता है, हुण दिता है, महाराज की गल वक्री है। हुण ज्ञान तो ठीक है पर एक बंदे नूं परेशानी च पाता। इसलिए मेरी फिर बेनती है जिन्ने नौजवान बैठे ने, तुसी अपने टीचर नूं परेशान नहीं करना भी टीचर भी कोई भी होवे भी सर अड़ा खाली क्यों है या अणा खाली क्यों है। महाराज ने तो अणा खाली नहीं रखा, महाराज ने उस अखर तो भी उपदेश दिता है। देखो धर्म विच ते हर चीज़ पॉजिटिव है, जदों धर्म पढ़ाया क्यों जाता है। पुरानी पढ़ाई देखो वक्री है, पुरानी पढ़ाई अज भी उस चीज़ पर टिके हुए ने भी छोटे आसे अनार और बड़े आसे आम, असी खाण पीण तो अगे वधे ही ना। तो ज़्यादा इस तो अगर कोई गए हैं तो का से कबूतर और खा से खोता, गा से गधा, यही पढ़िया होना। हुण वेख लो हकीकत यह है भी दुनिया की पढ़ाई च और गुरु की पढ़ाई च फर्क की है। देखो अगर ज्ञान वाकई अगर विद्यालय च मिल जाता ना तो डिग्रियां तो सब कोल होणगियां, थोड़ी बहुत एक अद्धी मेरे को सब कोल होणगियां, पर वेखो गा से गधा ही पढ़ा सके बस दुनिया के ज्ञान वाले। माफ़ करना कोई टीचर होवे ते मैं माफ़ी चाहना इस गल का, उन्हों का भी दोष नहीं हो तो एजुकेशन सिस्टम साडा ऐसा है। पर महाराज ने पढ़ाया गग्गा गुर के बचन पछाना, गग्गे तो जिथे दुनिया गा से गधा पढ़ती है, गा से कबूतर पढ़ती है, महाराज ने उत्थे सानू गग्गा गोबिंद पढ़ाया, परमात्मा की पढ़ाई कराती भी गा से गोबिंद। महाराज ने सानू रारे तो परमात्मा पढ़ाया, राम पढ़ाया। सानू अगर कुछ पढ़ाया ऊड़े तो ओंकार पढ़ाया गया, ऊड़े तो उपमा पढ़ाई गई। ये 52 अखरी है बाणी विच, अगर तुसी चाहो तो 2 52 अखरियां, 2 पट्टियां ते एक दक्षिणी ओंकार, ये भी अखरां दे बारे ही है। सो संसार की पढ़ाई और दुनिया की पढ़ाई ये फर्क है। मैं एक एग्जाम्पल आप नाल सांझी करा। एक क्लास विच मैथ का टीचर पढ़ा रहा सी ते मैथ के फॉर्मूले समझाने वास्ते एक लफ्ज़ वरतना पैंदा, सपोज मान लो, हिंदी च कहते हैं भी मान लीजिए आपके खेत में 10 भेड़ बंधी हैं, वहीं चारा खा रही, एक को खोल दिया, उसके अब वो एक चली गई, बताइए कितनी बची।
मैथ का सवाल है, बड़ा सिंपल जी गल है। 10 भेडां सन एक खेत विच, एक चली गई, किन्नियां बचियां? हुण मेरे वर्गा एक नलायक स्टूडेंट सी, उन्हें भी हथ खड़ा किया भी मैं दसां। टीचर सोचता है भी चल जेडे अगे बैठे ने लायक हो तो ठीक ही ने, तो जवाब देंदे ही ने। आ नलायक पहली बार हथ खड़ा कर रहा है, अच्छा तू ही दस चल। अच्छा उन्हें उत्तर दिता, कहता मास्टर जी कोई भी नहीं बची, सब गई। आंसर 0। और टीचर कहन लगा भी तेरे तो उम्मीद भी आई सी, नलायक ही रहा। अगों कॉन्फिडेंस वेखो उहदा, वो कहता मास्टर जी हिसाब मैथ तुसी जानो, पहाड़े या गिणती प्लस माइनस है तुसी जानो, भेडां नूं मैं जानना, मेरे घर ने। अगर एक गई तो पिछे सारियां चली जाणगियां, कोई नहीं बचेगी। तुहाडा हिसाब किताब वक्री गल है, मैथ अलग चीज़ है, प्रैक्टिकल अलग चीज़ है। कोई नहीं बचेगी, आंसर 0 ही आएगा। हिसाब के अनुसार तुसी ठीक है ये कह सकते हो भी 10 भेडां सन, एक चली गई तो 9 बचियां, ये मैथ का आंसर होएगा। पर प्रैक्टिकल पढ़ांगे फिर आंसर यही होएगा, कोई भी नहीं बची, सब चली जाणगियां, क्योंकि उत्ते दुनिया की रीत ऐसी है। सो वो पढ़ाई भी ठीक है, मैथ अपनी जगह बिल्कुल करैक्ट है, बचियां तो 9। पर धर्म की पढ़ाई प्रैक्टिकल है। असी इत्थे बैठे हाँ सकून लैण लई, मन थोड़ा टिके, मन शांति बने, और मन शांत होएगा तो घर भी शांति बनेगी। और असी घर यही तो चाहते हैं भी घर साडा स्वर्ग बन जाए। तो इस गल की जिहड़ी सोझी है, हालांकि ठीक है बहुत सारे घर भी सुन रहे हैं लाइव, क्योंकि हुण जांदा है शाम के दीवान का, तो हुण तो इतनी दूर तक हो गया क्योंकि दुनिया इस टैक्नोलॉजी ने बहुत छोटी कर दी। मैनूं दिल्ली तो बहुत सारे मैसेज कल परसों तो आए, पंजाबी बाग तो आए, ईवन मलेशिया तो भी आए, होर बाहरों भी कई जगह तो कि अच्छा जी लखनऊ पहुँच गए। मैं कहा हाँ जी। तो हुण बड़े आसानी नाल सब कुछ पता लग जाता। घरे भी बेशक सुन रहे हैं कई, पर गुरु घर विच आण दा लाभ की है? महाराज कहते हैं गुरु द्वारा होए सोझी पाए सी। गुरु घर विच सोझी मिलनी है, ज्ञान मिलना है। करते आपां उत्थे भी सकते हैं, घरे भी हो सकता है, पर जो आत्मक ज्ञान, जो मन की एकाग्रता, जो असी गुरु घर विच बना सकते हैं, इनू प्रैक्टिकली सोचिए। असी अगर घर भी मन पाठ कर रहे हैं, लेकिन कोई अखबार वाला अखबार सुट गया, हुण असी सोचते हैं 10 रुपए की अखबार है, 5 रुपए की, जिन्ने की भी है, गिल्ली ना हो जाए, बारिश पै रही है, पहलों वो चुक लो। हुण पैर चले गए, अखां ने देख लिया, कन्नां ने सुन लिया, तो हुण काम तो वो भी चल रहा, बाणी तो उदों भी पढ़ रहे हैं, पर उत्थे कर्म इंद्रे कुछ होर करन लग गए, ज्ञान इंद्रियां ने कुछ होर कर लिया, अखां ने भी कुछ होर वेख लिया। वो चीज़ां सारियां ने पूर्ण एकाग्रता जो 100% एफर्ट सी धर्म विच, वो नहीं लग सकिया। लेकिन गुरु घर विच चीज़ां नहीं, फिर इत्थे कदम रुक जाते हैं, हथ भी रुक जाते हैं, कन और अखां गुरु चरनां विच ही हुंदियां ने। असीं गुरु घर च बैठे हाँ, हाँ थोड़ा बहुत ये हुंदा है भी कौन आ रहा कौन जा रहा, कईयां दा ध्यान उस पासे हो जाता है, कई बारी साडे वर्गियां दा भी, पर फिर भी मोस्ट परसेंटेज जिहड़ी है इत्थे एकाग्रता ज़्यादा है। गुरु चरनां विच मन, विरती, कर्म इंद्रे, ज्ञान इंद्रे ये जुड़े हुंदे ने। सो धर्म का जिहड़ा ज्ञान है वो प्रैक्टिकल है। गुरु साहिबां ने जो सिखाया वो प्रैक्टिकल सिखाया, उहदे च जीवन की हकीकत सिखाई गई है, और उस हकीकत नूं ही असीं धर्म का नाम दिंदे हां। और इस चीज़ नूं असीं महसूस कर सकते हैं जदों असीं धर्म विच प्रवेश करांगे, तो सब तो पहलों कुछ वखरा हो सकता है। जिवें दशरथ जी के चारों पुत्र पढ़न वास्ते गए महर्षि वशिष्ठ जी को, पता सब तो पहला की होया? साढ़े तो जे पढ़न जाते आश्रम च पहला फीस होंगी, मोटी जी डोनेशन होंगी है, उस तो बाद फिर मोटी तगड़ी सिफारिश होंगी है, तां जाके एडमिशन होंदा है। उस वेले ऐसा नहीं सी। वो चारों भरा गए तो महर्षि वशिष्ठ जी कहते हैं झोली उठाओ, थैले उठाओ कपड़े दे, गले च पाओ, जाओ भिक्षा मंग के आओ। हुण कमाल दी गल, राजे दे पुत्र ने चारों, और वशिष्ठ जी ने कहा जाओ अपने ही राज में जिथे तुसी आकड़ के तुरदे हो, असी महाराज दशरथ के बेटे हाँ, पहला भीख मंगो उसे लोगों के सामने। मंगी,
ਜਾਣਾ ਪਿਆ, ਮਨਾ ਕਿਵੇਂ ਕਰਦੇ? ਪੜ੍ਹਨਾ ਹੈ ਤੇ ਕਰਨਾ ਪਏਗਾ। ਹੁਣ ਆਪਣੀ ਹੀ ਪ੍ਰਜਾ ਦੇ ਸਾਹਮਣੇ, ਜਿੱਥੇ ਪਹਿਲਾਂ ਲੋਕ ਝੁਕਦੇ ਸਨ ਉਹਨਾਂ ਸਾਹਮਣੇ, ਹੁਣ ਉਹਨਾਂ ਨੂੰ ਉਹੀ ਰਾਜੇ ਦੇ ਬੱਚਿਆਂ ਨੂੰ ਕੋਈ ਆਟਾ ਦੇ ਰਿਹਾ, ਕੋਈ ਦਾਲ ਦੇ ਰਿਹਾ, ਔਰ ਭਿਕਸ਼ਾ ਮੰਗ ਕੇ ਵਾਪਸ ਆਏ। ਤੇ ਕਈਆਂ ਨੇ ਸੋਚਿਆ ਵੀ ਇਹ ਕਿਉਂ ਜ਼ਰੂਰੀ ਸੀ? ਧਰਮ ਦੇ ਆਧਾਰ ਤੇ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਜੇ ਦਿਮਾਗ ਵਿੱਚ ਪਹਿਲਾਂ ਹੀ ਇਹ ਰਹੇਗਾ ਅਸੀਂ ਤੇ ਰਾਜੇ ਦੇ ਪੁੱਤਰ ਹਾਂ, ਇੱਥੇ ਸਾਡੇ ਲਈ ਸਪੈਸ਼ਲ ਟ੍ਰੀਟਮੈਂਟ ਹੋਏਗੀ, ਫਿਰ ਗਿਆਨ ਕਿੱਥੋਂ ਲਿਆ ਜਾਏਗਾ? ਹੰਕਾਰ ਤੇ ਪਹਿਲਾਂ ਹੀ ਆ ਗਿਆ। ਗੁਰੂ ਕੀ ਸੰਗਤ ਵੀ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਸਮਾਨਤਾ ਹੈ। ਇੱਥੇ ਆਪਾਂ ਸੰਸਾਰ ਵਿੱਚ ਕੋਈ ਵੱਡਾ ਹੋਏਗਾ, ਕੋਈ ਛੋਟਾ ਹੋਏਗਾ, ਪਰ ਇੱਥੇ ਸਾਰੇ ਇੱਕੋ ਲੈਵਲ ਤੇ ਬੈਠੇ ਹਾਂ। ਬਰਾਬਰਤਾ ਹੈ, ਸਮਾਨਤਾ ਹੈ, ਕਿਉਂਕਿ ਰੱਬ ਦਾ ਘਰ ਹੈ, ਗੁਰੂ ਦਾ ਘਰ ਹੈ। ਔਰ ਇਹ ਸਮਾਨਤਾ ਪਿਆਰ ਲੈ ਆਉਂਦੀ ਹੈ। ਉਸ ਪਿਆਰ ਵਿੱਚ ਇਕਾਗਰਤਾ ਬਣਦੀ ਹੈ, ਔਰ ਉਸ ਇਕਾਗਰਤਾ ਵਿੱਚੋਂ ਹੀ ਪ੍ਰਮਾਤਮਾ ਦੀ ਸਮਝ ਪੈਂਦੀ ਹੈ। ਸਾਡੇ ਕਰਮ ਇੰਦਰੇ, ਸਾਡੇ ਗਿਆਨ ਇੰਦਰੇ ਜਦੋਂ ਇੱਕ ਜਗ੍ਹਾ ਟਿਕ ਜਾਂਦੇ ਨੇ, ਫਿਰ ਅਸੀਂ ਰੱਬ ਨਾਲ ਕਨੈਕਟ ਹੁੰਦੇ ਹਾਂ। ਗੱਲ ਤੇ ਸਾਰੀ ਉਸੇ ਤਰ੍ਹਾਂ ਦੀ ਹੈ ਵੀ ਨੈਟਵਰਕ ਦੀ ਤੇ ਸਾਰੀ ਪ੍ਰੋਬਲਮ ਹੈ। ਰੱਬ ਨਾਲ ਜੁੜਨਾ ਔਰ ਪ੍ਰਮਾਤਮਾ ਨਾਲ ਜੁੜਨਾ ਹੈ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ। ਜੇ ਧਿਆਨ ਕਿਸੇ ਹੋਰ ਪਾਸੇ ਲੱਗਾ ਰਹੇਗਾ, ਕਈ ਵਾਰੀ ਵੇਖੋ ਨਾ ਬੱਦਲ ਆ ਜਾਂਦੇ ਨੇ, ਫਿਰ ਨਹੀਂ ਸਿਗਨਲ ਮਿਲਦੇ। ਆ DTH ਜਿਹੜੇ ਕਈਆਂ ਦੇ ਘਰੇ ਛਤਰੀਆਂ ਲੱਗੀਆਂ ਹੁੰਦੀਆਂ ਨੇ, ਅਗਰ ਬਾਰਿਸ਼ ਪੈਣੀ ਸ਼ੁਰੂ ਹੁੰਦੀ ਹੈ ਸਿਗਨਲ ਆਉਣੇ ਬੰਦ ਹੋ ਜਾਂਦੇ ਨੇ। ਰੁਕਾਵਟ ਅਗਰ ਕਿਸੇ ਜਗ੍ਹਾ ਆ ਗਈ ਹੈ ਤੇ ਉਹ ਫਿਰ ਕਨੈਕਸ਼ਨ ਤੇ ਟੁੱਟੇਗਾ ਹੀ। ਇਸੇ ਲਈ ਵਿਚਕਾਰ ਗੁਰੂ ਦੇ ਔਰ ਸਾਡੇ ਦਰਮਿਆਨ ਅਗਰ ਕੁਛ ਹੈ, ਵੈਚਾਰਿਕ ਤੌਰ ਤੇ, ਸੋਚ ਦੇ ਤੌਰ ਤੇ, ਖਿਆਲ ਦੇ ਤੌਰ ਤੇ, ਕਰਮ ਦੇ ਤੌਰ ਤੇ, ਉਹਨੂੰ ਪਾਸੇ ਕਰ ਦੇਣਾ ਚਾਹੀਦਾ। ਫਿਰ ਅਸੀਂ ਉਸ ਪ੍ਰਮਾਤਮਾ ਦੀ ਰਹਿਮਤ ਨੂੰ ਹਾਸਲ ਕਰ ਸਕਾਂਗੇ। ਫਿਰ ਧਰਮ ਸਮਝ ਵਿੱਚ ਆਏਗਾ, ਫਿਰ ਪ੍ਰੈਕਟੀਕਲ ਚੀਜ਼ ਸਮਝ ਆਏਗੀ। ਔਰ ਇਹੀ ਅਸਲ ਗਿਆਨ ਹੈ, ਆਪਣੇ ਅੰਦਰ ਨੂੰ ਹੀ ਜਾਣਨਾ, ਇਹੀ ਗਿਆਨ ਹੈ। ਜਦੋਂ ਮਨੁੱਖ ਆਪਣੇ ਅੰਦਰ ਨਾਲ ਕਨੈਕਟ ਹੋ ਜਾਂਦਾ ਤੇ ਅੰਦਰ ਹੀ ਤੇ ਰੱਬ ਵਸਿਆ, ਅੰਦਰ ਹੀ ਪ੍ਰਮਾਤਮਾ ਵਸਿਆ ਹੋਇਆ। ਤੇ ਮਹਾਰਾਜ ਇਸੇ ਪ੍ਰਥਾਏ ਕਹਿੰਦੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੁਣ ਦਿਲ ਖੋਜਣਾ ਹੈ, ਬੰਦਾ ਤੇ ਦਿਲ ਦੀ ਗੱਲ ਮੰਨੀ ਜਾਂਦਾ ਤੇ ਦਿਲ ਦੀ ਕਰਨੀ ਸੀ ਖੋਜ। ਲੇਕਿਨ ਬੰਦਾ ਕੀ ਕਰਦਾ? ਅੱਜ ਮੇਰਾ ਦਿਲ ਕਰਦਾ ਪਕੌੜੇ ਬਣਾ ਲਓ। ਹੁਣ ਪਕੌੜੇ ਤੇ ਬਣ ਜਾਣਗੇ, ਖੰਘ ਦਾ ਕੀ ਕਰਾਂਗੇ? ਦਿਲ ਨੇ ਤੇ ਸਮੱਸਿਆ ਖੜੀ ਕਰਨੀ। ਪਹਿਲਾਂ ਦਿਲ ਨੂੰ ਖੋਜ ਲਓ, ਦਿਲ ਨੂੰ ਵੀ ਸਮਝਾ ਭਰਾ, ਫੇਰ ਖਾ ਲਈ, ਅਜੇ ਮੌਸਮ ਠੀਕ ਨਹੀਂ ਹੈ, ਹਾਲਾਤ ਵੀ ਐਸੇ ਨਹੀਂ ਹੈ। ਵੈਸੇ ਖੰਘ ਜਿਹਨੂੰ ਆ ਜਾਏ, ਬੰਦਾ ਐਵੇਂ ਮੂੰਹ ਤੇ ਕੱਪੜਾ ਰੱਖ ਕੇ ਦੂਰ ਹੀ ਹੋ ਜਾਂਦਾ ਵੀ ਕਿਤੇ। ਬਾਕੀ ਤੇ ਗੱਲ ਸਾਰੇ ਸਮਝ ਹੀ ਰਹੇ ਨੇ ਹਾਲਾਤ ਕਿਸ ਤਰ੍ਹਾਂ ਦੇ। ਸਭ ਨੂੰ ਕਰੋਨੇ ਦਾ ਡਰ ਐਸਾ, ਖੰਘ ਹੋਇਆ, ਜ਼ੁਕਾਮ ਹੋਈ, ਛਿੱਕ ਹੋਈ, ਪਹਿਲਾਂ ਪ੍ਰਵਾਹ ਨਹੀਂ ਸੀ ਹੁੰਦੀ। ਅਰੇ ਕੋਈ ਗੱਲ ਨਹੀਂ, ਗਰਮ ਪਾਣੀ ਪੀ ਲਾਂਗੇ, ਚਾਹ ਪੀ ਲਾਂਗੇ, ਕਾੜਾ ਪੀ ਲਾਂਗੇ, ਸਭ ਠੀਕ ਹੋ ਜਾਏਗਾ। ਉਹ ਸਭ ਕਰਕੇ ਵੇਖ ਲਿਆ, ਲੇਕਿਨ ਹਾਲਾਤ ਬਣ ਹੀ ਵੱਖਰੇ ਗਏ। ਸੋ ਦਿਲ ਤੇ ਕਹੇਗਾ ਕੁਛ ਵੀ, ਪਰ ਨਹੀਂ, ਦਿਲ ਦੀ ਮੰਨਣੀ ਨਹੀਂ ਹੈ। ਦਿਲ ਦੇ ਬਾਰੇ ਮਹਾਰਾਜ ਕਹੇ ਇਹਨੂੰ ਖੋਜਣਾ ਹੈ, ਇਹਦੀ ਛਾਨਬੀਨ ਕਰਨੀ ਹੈ। ਉਹ ਇਨਸਾਨ ਕਰਦਾ ਨਹੀਂ ਹੈ। ਦਿਲ ਕੁਛ ਵੀ ਕਵੇ, ਜ਼ਰੂਰੀ ਨਹੀਂ ਹੈ ਕਿ ਉਹ ਪੂਰਾ ਕਰਨਾ ਹੈ। ਥੋੜਾ ਮੁਸ਼ਕਿਲ ਤੇ ਪਵੇਗਾ। ਤੇ ਅਕਸਰ ਫਿਰ ਇੱਕ ਬੇਨਤੀ ਅਖੀਰ 'ਚ ਕਰਕੇ, ਕਿਉਂਕਿ ਇਹ ਵਿਚਾਰ ਫਿਰ ਆਪਾਂ ਕੱਲ ਕੰਟੀਨਿਊ ਰੱਖਾਂਗੇ। ਜਦ ਦਿਲ ਦੀ ਮੰਨਦੇ ਹਾਂ, ਜਿਨ੍ਹਾਂ ਨੇ ਮੰਨਿਆ ਵੀ ਮੰਨ ਲਓ ਦੱਬ ਕੇ ਮਿੱਠਾ ਖਾਧਾ, ਦਿਲ ਕਹਿ ਰਿਹਾ ਵੀ ਮਿੱਠਾ, ਕੋਈ ਖੁਸ਼ੀ ਦਾ ਕੰਮ ਆ ਗਿਆ, ਪਾਰਟੀ ਹੋ ਜਾਏ, ਉਹਦੇ 'ਚ ਵੀ ਮਿੱਠਾ, ਘਰ ਪਹੁੰਚ ਗਏ, ਖਾਣਾ ਬਹੁਤ ਵਧੀਆ, ਹਾਂ ਇਸ ਤੋਂ ਬਾਅਦ ਮਿੱਠਾ ਹੋ ਜਾਏ। ਜਿਹੜਾ ਦੇਖੋ ਹੁਣ ਮਿੱਠਾ ਇੰਨਾ ਖਾ ਲਿਆ, ਮਹਾਰਾਜ ਕਹਿੰਦੇ ਨੇ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਦ ਸ਼ੂਗਰ ਹੋ ਗਈ, ਫਿਰ ਉਹ ਕਹਿੰਦਾ ਹੁਣ ਕਰੇਲੇ ਦਾ ਜੂਸ ਪੀਓ। ਜੇ ਜ਼ਿਆਦਾ ਮਿੱਠਾ ਖਾਧਾ, ਰੱਬ ਨੇ ਪਲਟ ਦਿੱਤੀ ਕਹਾਣੀ। ਦਿਲ ਦੇ ਪਿੱਛੇ ਚੱਲਣ ਦਾ ਆ ਨਤੀਜਾ ਬਣ ਹੀ ਜਾਂਦਾ। ਤੇ ਉਸ ਪਾਸੇ ਆ ਕੇ ਫਿਰ ਜਦੋਂ ਉੱਥੇ ਕੰਟਰੋਲ ਹੁੰਦਾ ਹੈ, ਫਿਰ ਬਰਾਬਰ ਹਿਸਾਬ ਆਉਂਦਾ ਹੈ, ਫਿਰ ਉੱਥੇ ਪਹੁੰਚ ਜਾਂਦਾ ਹੈ। ਸੋ ਦਿਲ ਦੀ ਖੋਜ ਕਰਨੀ ਹੈ। ਦਿਲ ਦੀ ਹਰ ਗੱਲ ਮੰਨਣ ਵਾਲੀ ਨਹੀਂ ਹੁੰਦੀ। ਮਨ ਕੀ ਕੁਛ ਮੰਗ ਰਿਹਾ, ਉਹਨੂੰ ਉਤਨਾ ਕੁ ਦੇ ਸਕਦੇ ਹਾਂ ਜਿਤਨਾ ਕੁ ਅਸੀਂ ਆਪਣੇ ਉਸ ਸਰੀਰ ਦੇ ਉੱਤੇ ਲੋਡ ਪਾ ਸਕੀਏ ਔਰ ਉਹ ਬਰਦਾਸ਼ਤ ਕਰ ਜਾਏ। ਜੇ ਪਰੇਸ਼ਾਨੀਆਂ ਤੋਂ ਬਚਣਾ ਹੈ, ਇਹਦੀ ਖੋਜ ਵੀ ਜਾਰੀ ਰੱਖੀ ਹੈ ਮਹਾਰਾਜ ਨੇ। ਔਰ ਜੇ ਉਹ ਗੱਲ ਕਹੀ ਹੈ ਤੇ ਸਾਡੇ ਜੀਵਨ ਦੇ ਭਲੇ ਵਾਸਤੇ ਹੀ ਹੈ। ਇਸ ਲਈ ਧਰਮ ਸਾਨੂੰ ਸੁਖੀ ਰਹਿਣ ਦਾ ਉਪਰਾਲਾ ਦੱਸਦਾ, ਸੁਖੀ ਰਹਿਣ ਦੀ ਟੈਕਨੀਕ ਸਾਨੂੰ ਧਰਮ ਦੱਸਦਾ। ਬਸ ਉਹ ਅਪਲਾਈ ਕਰਨੀ ਹੈ, ਉਸੇ ਨੂੰ ਮੰਨਣਾ। ਤੇ ਇਹ ਦੋਨੋਂ ਚੀਜ਼ਾਂ ਅਗਰ ਸਮਝ ਆ ਜਾਂਦੀਆਂ ਨੇ, ਫਿਰ ਧਰਮ ਵਿੱਚ ਉਹ ਆਨੰਦ ਵੀ ਹੈ, ਉਹ ਖੁਸ਼ੀ ਵੀ ਹੈ, ਔਰ ਉਹ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਹਾਂ ਮੈਂ ਆਪਣੇ ਗੁਰੂ ਨਾਲ ਕਨੈਕਟ ਹਾਂ, ਜੁੜਿਆ ਹੋਇਆ ਹਾਂ।
ਤੇ ਇਹੀ ਸਿਧਾਂਤ ਸਾਡੇ ਜੀਵਨ ਲਈ ਲਾਭਕਾਰੀ ਹੋਏਗਾ। ਬਾਕੀ ਦੀਆਂ ਵਿਚਾਰਾਂ ਆਪਾਂ ਕੱਲ੍ਹ ਕੰਟੀਨਿਊ ਰੱਖਾਂਗੇ। ਗੁਰੂ ਸਾਹਿਬ ਰਹਿਮਤ ਕਰਨ, ਸੁਣਿਆ ਅਤੇ ਸੁਣਾਇਆ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੂੰ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਓ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ